ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਯਥਾਰਥ ਅਤੇ ਗੁਰਮਤ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਜਿਸ ਕਿਸੇ ਨੂੰ ਵੀ ਅਸੀਂ ਮਿਲਦੇ ਹਾਂ, ਪ੍ਰੇਮ ਕਰਦੇ ਹਾਂ, ਉਸ ਬਾਰੇ ਕੁਝ ਵਿਸ਼ੇਸ਼ ਮਨੋਭਾਵਾਂ ਦਾ ਅਨੁਭਵ ਕਰਦੇ ਹਾਂ ਅਤੇ ਇਹਨਾਂ ਬਾਰੇ ਖੁਸ਼ੀ ਅਤੇ ਗਮੀ ਦਾ ਪ੍ਰਗਟਾਵਾ ਕਰਦੇ ਹਾਂ, ਆਦਿ ਸਭ ਯਥਾਰਥ ਹੈ। ਇਹ ਇੱਕ ਪ੍ਰਕਾਰ ਦੇ ਕੁੜਾਵੇ ਯਥਾਰਥ ਦਾ ਅੰਸ਼ ਮਾਤਰ ਹੈ। ਇਹ ਕੇਵਲ ਇਸ ਲੋਕ ਦਾ ਯਥਾਰਥ ਨਹੀਂ ਹੈ, ਸਗੋਂ ਇਸ ਲੋਕ ਤੋਂ ਪਰੇ ਦੇ ਲੋਕ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਪ੍ਰਭੂ ਦੇਸ਼ ਆਖਦੇ ਹਨ ਦਾ ਵੀ ਯਥਾਰਥ ਹੈ। ਇਹ ਤਾਂ ਯਥਾਰਥ ਦਾ ਕੇਵਲ ਇੱਕ ਭਾਗ ਹੈ ਜੋ ਇੱਥੇ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਅਨੁਭਵ ਕਰਦੇ ਹਾਂ। ਇਸ ਦਾ ਵਧੇਰਾ ਭਾਗ ਅਸੀਂ ਪਰਲੋਕ ਵਿੱਚ ਜਾ ਕੇ ਵੇਖਾਂਗੇ। ਇਹ ਧਰਤੀ ਤਾਂ ਕੇਵਲ ਇੱਕ ਗ੍ਰਹਿ ਹੀ ਹੈ। ਕਈ ਹੋਰ ਪਾਤਾਲਾਂ ਪਾਤਾਲ, ਆਕਾਸ਼ਾਂ ਆਕਾਸ਼ ਗ੍ਰਹਿ ਮੌਜੂਦ ਹਨ। ਇਹ ਸੰਸਾਰ ਤਾਂ ਉਚੇਰੇ ਜੀਵਨ ਤੱਕ ਪੁੱਜਣ ਲਈ ਇੱਕ ਮਾਰਗ ਹੈ ਅਤੇ ਉਚੇਰੀ ਜੀਵਨ ਮੰਜ਼ਿਲ ਪਿੱਛੋਂ ਹੋਰ ਉਚੇਰੀ ਜੀਵਨ ਮੰਜ਼ਿਲ ਵੀ ਹੁੰਦੀ ਹੈ। ਇਸ ਦਾ ਕੋਈ ਅੰਤ ਨਹੀਂ ਹੈ। ਸੁੰਦਰਤਾ ਦੇ ਆਕਾਰ ਤੇ ਸਰੂਪ ਦਾ ਵੀ ਕੋਈ ਅੰਤਿਮ ਸਿਰਾ ਨਹੀਂ ਹੈ ਅਤੇ ਨਾ ਹੀ ਪ੍ਰਭੂ ਦੀ ਪਵਿੱਤਰਤਾ ਦਾ ਕੋਈ ਅੰਤ ਹੈ। ਸਾਡੀ ਇਹ ਧਰਤੀ, ਸਾਡਾ ਇਹ ਮਨ, ਭਾਸ਼ਾ ਅਤੇ ਸਾਡੇ ਵਰਤਮਾਨ ਵਿਚਾਰ ਸੰਕਲਪ ਅੰਤਿਮ ਯਥਾਰਥ ਬਾਰੇ ਚਰਚਾ ਕਰਨ ਤੇ ਜਾਣ ਸਕਣ ਦੇ ਸਮਰੱਥ ਨਹੀਂ ਹਨ। ਫਿਰ ਦੁਹਰਾ ਦਈਏ, ਇਹ ਤਾਂ ਯਥਾਰਥ ਦਾ ਕੇਵਲ ਇੱਕ ਭਾਗ ਹੈ ਜੋ ਇੱਥੇ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਅਨੁਭਵ ਕਰਦੇ ਹਾਂ। ਇਸ ਦਾ ਵਧੇਰਾ ਭਾਗ ਅਸੀਂ ਪਰਲੋਕ ਵਿੱਚ ਜਾ ਕੇ ਵੇਖਾਂਗੇ। ਇਹ ਧਰਤੀ ਤਾਂ ਕੇਵਲ ਇੱਕ ਗ੍ਰਹਿ ਹੀ ਹੈ। ਕਈ ਹੋਰ ਪਾਤਾਲਾਂ ਪਾਤਾਲ, ਆਕਾਸ਼ਾਂ ਆਕਾਸ਼ ਗ੍ਰਹਿ ਮੌਜੂਦ ਹਨ। ਇਹ ਸੰਸਾਰ ਤਾਂ ਉਚੇਰੇ ਜੀਵਨ ਤੱਕ ਪੁੱਜਣ ਲਈ ਇੱਕ ਮਾਰਗ ਹੈ ਅਤੇ ਉਚੇਰੀ ਜੀਵਨ ਮੰਜ਼ਿਲ ਪਿੱਛੋਂ ਹੋਰ ਉਚੇਰੀ ਜੀਵਨ ਮੰਜ਼ਿਲ ਵੀ ਹੁੰਦੀ ਹੈ। ਇਸ ਦਾ ਕੋਈ ਅੰਤ ਨਹੀਂ ਹੈ। ਸੁੰਦਰਤਾ ਦੇ ਆਕਾਰ ਤੇ ਸਰੂਪ ਦਾ ਵੀ ਕੋਈ ਅੰਤਮ ਸਿਰਾ ਨਹੀਂ ਹੈ ਅਤੇ ਨਾ ਹੀ ਪ੍ਰਭੂ ਦੀ ਪਵਿੱਤਰਤਾ ਦਾ ਕੋਈ ਅੰਤ ਹੈ। ਸਾਡੀ ਇਹ ਧਰਤੀ, ਸਾਡਾ ਇਹ ਮਨ, ਭਾਸ਼ਾ ਅਤੇ ਸਾਡੇ ਵਰਤਮਾਨ ਵਿਚਾਰ ਸੰਕਲਪ ਅੰਤਮ ਯਥਾਰਥ ਬਾਰੇ ਚਰਚਾ ਕਰਨ ਤੇ ਜਾਣ ਸਕਣ ਦੇ ਸਮਰੱਥ ਨਹੀਂ ਹਨ। ਉਸ ਬਾਰੇ ਵਰਣਨ ਕਰਨ ਦਾ ਕੋਈ ਲਾਭ ਨਹੀਂ ਹੈ ਜਿਸ ਨੂੰ ਕਿ ਸਾਡੀ ਭਾਸ਼ਾ ਇਸ ਧਰਤ ਦੀਆਂ ਪ੍ਰਸਥਿਤੀਆਂ ਤੇ ਸੀਮਾਵਾਂ ਵਰਣਨ ਕਰ ਸਕਣ ਤੋਂ ਅਸਮਰੱਥ ਹਨ। ਪਰ ਇਹ ਗੱਲ ਯਕੀਨੀ ਹੈ ਕਿ ਜਿਵੇਂ ਅਸੀਂ ਇਸ ਸੰਸਾਰ ਵਿੱਚ ਇੱਕ ਵਿਅਕਤੀ ਹਾਂ, ਇਸੇ ਤਰ੍ਹਾਂ ਅਗਲੇ ਸੰਸਾਰ ਵਿੱਚ ਵੀ ਸਾਡਾ ਇੱਕ ਨਿੱਜ ਜਾਂ ਵਿਅਕਤਿਤਵ ਹੋਵੇਗਾ ਅਤੇ ਉਸ ਸੰਸਾਰ ਵਿੱਚ ਪੁੱਜ ਕੇ ਸਾਡਾ ਯਥਾਰਥ ਦਾ ਅਨੁਭਵ ਤੇ ਦ੍ਰਿਸ਼ਟੀ ਚੋਰੇੜੀ ਹੋਵੇਗੀ। ਫਿਰ ਦੁਹਰਾ ਦਈਏ, ਪਰ ਇਹ ਗੱਲ ਯਕੀਨੀ ਹੈ ਕਿ ਜਿਵੇਂ ਅਸੀਂ ਇਸ ਸੰਸਾਰ ਵਿੱਚ ਇੱਕ ਵਿਅਕਤੀ ਹਾਂ, ਇਸੇ ਤਰ੍ਹਾਂ ਅਗਲੇ ਸੰਸਾਰ ਵਿੱਚ ਵੀ ਸਾਡਾ ਇੱਕ ਨਿੱਜ ਜਾਂ ਵਿਅਕਤਿਤਵ ਹੋਵੇਗਾ ਅਤੇ ਉਸ ਸੰਸਾਰ ਵਿੱਚ ਪੁੱਜ ਕੇ ਸਾਡਾ ਯਥਾਰਥ ਦਾ ਅਨੁਭਵ ਤੇ ਦ੍ਰਿਸ਼ਟੀ ਵੀ ਚੋਰੇੜੀ ਹੋਵੇਗੀ। ਸਿੱਖ ਮਤ ਵਿੱਚ ਇਹ ਗੱਲ ਭਲੀ ਭਾਂਤ ਸਪਸ਼ਟ ਕਰ ਦਿੱਤੀ ਗਈ ਹੈ ਕਿ ਵਿਅਕਤਿਤਵ ਜਾਂ ਨਿੱਜ ਸਰੂਪ ਅਨਿੱਜਤਾ ਤੋਂ ਵਡੇਰੀ ਆਦਰਸ਼ਕਤਾ ਹੈ। ਵਿਅਕਤੀ ਦਾ ਅਨਾਮ ਨਿਰਾਕਾਰ ਤੇ ਅਨੀਲ ਅਨੰਤ ਦਾ ਸਾਕਾਰ ਹੋਇਆ ਮਨੁੱਖੀ ਸਰੂਪ ਹੈ। ਪਰ ਇਹ ਅਨਿੱਜਤਾ ਤਾਂ ਕੇਵਲ ਧੁੰਦਲੇ ਪਦਾਰਥ ਦਾ ਇੱਕ ਸੋਧਿਆ ਹੋਇਆ ਸਰੂਪ ਹੈ ਜੋ ਮਨੁੱਖ ਦੀ ਖੋਪੜੀ ਵਿੱਚ ਵਿਦਮਾਨ ਹੁੰਦਾ ਹੈ। ਮਨੁੱਖ ਤਾਂ ਕੁਦਰਤ ਦਾ ਸੁਪਨਾ ਹੈ। ਕੁਦਰਤ ਇਸ ਨੂੰ ਸਾਕਾਰ ਕਰਨ ਲਈ ਪ੍ਰਸੂਤ ਪੀੜਾ ਨੂੰ ਝੱਲਦੀ ਹੈ। ਫਿਰ ਵੀ ਹਿੰਦੂ ਪਰਾਭੌਤਿਕ ਦਰਸ਼ਨ ਇਸ ਨੂੰ ਇੱਕ ਸਰਾਪ ਦੱਸਦਾ ਹੈ ਜਿਸ ਨੂੰ ਕਿ ਜਨਮ ਮਰਨ ਦੇ ਗੇੜ ਤੋਂ ਪਰੇ ਦੇ ਰੂਪ ਰਹਿਤ ਅਨੰਤ ਵਿੱਚ ਜਾ ਸਮਾਉਣਾ ਚਾਹੀਦਾ ਹੈ। ਹਿੰਦੂ ਚਿੰਤਕ ਇਸ ਨੂੰ ਪੀੜਾ ਜਾਂ ਸੰਤਾਪ ਦੀ ਸੰਗਿਆ ਦਿੰਦੇ ਹਨ। ਅਜਿਹੀ ਸੰਕਲਪਗਤ ਨਿਪੁੰਸਕਤਾ ਦਾ ਖੰਡਨ ਕਰਨਾ ਜ਼ਰੂਰੀ ਹੈ। ਸਾਡੀਆਂ ਗਿਆਨ ਇੰਦਰੀਆਂ ਕਿਸੇ ਭਰਮ ਜਾਂ ਭ੍ਰਾਂਤੀ ਦਾ ਸ਼ਿਕਾਰ ਨਹੀਂ ਹੁੰਦੀਆਂ, ਸਗੋਂ ਇਹਨਾਂ ਦੇ ਹੋਰ ਵਿਸਤਾਰ ਜਾਂ ਵ੍ਰਿੱਧੀ ਦੀ ਲੋੜ ਹੈ ਤਾਂ ਜੋ ਇਹ ਅਕਾਲ ਪੁਰਖ ਵੱਲੋਂ ਕੀਤੇ ਜਾ ਰਹੇ ਸਹਿਜ ਸੁਭਾਵਕ ਕਾਰਜ ਨੂੰ ਵਧੇਰੇ ਸ਼ੀਘਰ ਤਰ੍ਹਾਂ ਲਖ ਪੇਖ ਸਕਣ।
ਇੱਥੋਂ ਤੱਕ ਇੱਕ ਨਿੱਕੀ ਕੀੜੀ ਵੀ ਯਥਾਰਥ ਦਾ ਅੰਸ਼ ਹੁੰਦੀ ਹੈ। ਇਸ ਲਈ ਯਥਾਰਥ ਦੀ ਪ੍ਰਕਿਰਤੀ ਦੇ ਬੋਧ ਸੰਬੰਧੀ ਅਸੀਂ ਕਿਸੇ ਨਿਜ ਭਰਮ ਜਾਂ ਭ੍ਰਾਂਤੀ ਦਾ ਸ਼ਿਕਾਰ ਨਹੀਂ ਹੁੰਦੇ। ਇਹ ਸੰਸਾਰ ਤਾਂ ਉਹ ਰਾਜ ਮਹਿਲ ਹੈ ਜਿੱਥੇ ਸੱਚਾ ਪਾਤਸ਼ਾਹ ਜੋ ਸੱਚ ਸਰੂਪ ਪ੍ਰਭੂ ਹੈ ਆਪਣਾ ਨਿਵਾਸ ਰੱਖਦਾ ਹੈ, ਅਤੇ ਇਹ ਇੱਕ ਪਰਮ ਯਥਾਰਥ ਹੈ। ਗੁਰੂ ਨਾਨਕ ਅਨੁਸਾਰ ਧਰਮ ਤਾਂ ਨਿਰੰਤਰ ਰੂਪ ਦੀ ਉਚੇਰੀ ਚੇਤਨਤਾ ਦੀ ਅਵਸਥਾ ਹੈ ਜੋ ਸ੍ਰਿਸ਼ਟੀ ਨਾਲ ਇਕਸੁਰ ਹੋ ਕੇ ਪ੍ਰਗੀਤਕ ਰੂਪ ਵਿੱਚ ਲਗਾਤਾਰ ਕਿਰਤ ਦੇ ਉਚੇਰੇ ਕਾਰਜਾਂ ਵਿੱਚ ਲੱਗੀ ਰਹਿੰਦੀ ਹੈ। ਸਾਰੇ ਹੱਥ ਮੁਸ਼ੱਕਤ ਕਰਨ ਵਿੱਚ ਰੁੱਝੇ ਰਹਿਣੇ ਚਾਹੀਦੇ ਹਨ। ਜਾਨਵਰ ਵੀ ਆਪਣੇ ਤੇ ਆਪਣੀ ਸੰਤਾਨ ਲਈ ਕੰਮ ਕਰਦੇ ਹਨ। ਸਾਰੀ ਸ੍ਰਿਸ਼ਟੀ ਬ੍ਰਿਛ ਪੰਛੂ ਤੇ ਪੰਛੀ ਆਪਣੇ ਆਹਾਰ ਤੇ ਖੁਸ਼ੀ ਲਈ ਕੰਮ ਕਰਦੇ ਹਨ। ਮਨੁੱਖਾਂ ਨੂੰ ਆਪਣੇ ਪ੍ਰਭੂ ਪ੍ਰੀਤਮ ਲਈ ਕਿਰਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਜੀਵਨ ਦੀਆਂ ਮਹਾਨ ਯਾਦਾਂ ਨੂੰ ਸੰਚਿਤ ਕਰ ਸਕਣ ਅਤੇ ਉਚੇਰੇ ਤੇ ਸੰਵੇਦਨਸ਼ੀਲ ਆਤਮਿਕ ਆਨੰਦ ਦੀ ਪ੍ਰਾਪਤੀ ਨੂੰ ਮਾਣ ਸਕਣ। ਇਹ ਸਰੀਰਕ ਆਨੰਦ ਭੋਗ ਤਾਂ ਉਸ ਆਤਮਿਕ ਆਨੰਦ ਦੇ ਧੁੰਦਲੇ ਜਿਹੇ ਪਰਛਾਵੇਂ ਮਾਤਰ ਹੀ ਹੁੰਦੇ ਹਨ। ਇਹ ਸਰੀਰਕ ਭੋਗ ਵਿਲਾਸ ਇੱਕ ਤਰ੍ਹਾਂ ਦੇ ਬ੍ਰਿਛਾਂ ਪਸ਼ੂ ਪੰਛੀਆਂ ਸਮਾਨ ਹੀ ਹੁੰਦੇ ਹਨ, ਕਿਉਂ ਜੋ ਮਨੁੱਖ ਦਾ ਜੀਵਨ ਆਪਣੀ ਪ੍ਰਕਿਰਤੀ ਕਾਰਨ ਇਹਨਾਂ ਸਭ ਨਾਲ ਜੁੜਿਆ ਹੋਇਆ ਹੈ। ਵਾਸਤਵ ਵਿੱਚ ਮਨੁੱਖ ਤੇ ਪ੍ਰਭੂ ਦੀ ਕੀਤੀ ਗਈ ਸੇਵਾ ਹੀ ਮਨੁੱਖ ਦੇ ਵਿਅਕਤਿਤਵ ਦੇ ਸੇਵਕ ਹੋਣ ਦਾ ਵਿਸ਼ਾਲਤਰ ਖੇਤਰ ਹੈ। ਜੇ ਮਨੁੱਖ ਇਸ ਉਚੇਰੇ ਆਦਰਸ਼ ਲਈ ਘਾਲ ਕਰਦਾ ਹੈ, ਉਹ ਸੱਚੇ ਅਰਥਾਂ ਵਿੱਚ ਪ੍ਰਭੂ ਲਈ ਘਾਲ ਕਰ ਰਿਹਾ ਹੁੰਦਾ ਹੈ। ਬੂਟੇ ਉੱਤੇ ਖਿੜਿਆ ਗੁਲਾਬ ਸਾਰੇ ਵਿਸ਼ਵ ਨੂੰ ਮਹਿਕ ਵੰਡ ਰਿਹਾ ਹੁੰਦਾ ਹੈ। ਗੁਲਾਬ ਦੇ ਵਿਪਰੀਤ ਮਨੁੱਖ ਕੋਲ ਤਾਂ ਹੱਥ ਤੇ ਪੈਰ ਹਨ, ਫਿਰ ਵੀ ਉਸ ਨੂੰ ਆਪਣੇ ਯੋਗ ਕੋਈ ਕਰਮ ਕਰਨ ਲਈ ਗੁਰੂ ਦੇ ਹਿਰਦੇ ਵਿੱਚ ਆਪਣੀਆਂ ਜੜ੍ਹਾਂ ਨੂੰ ਡੂੰਘਾ ਗੱਡਣਾ ਚਾਹੀਦਾ ਹੈ। ਜਿਹੜਾ ਆਪਣੀਆਂ ਜੜ੍ਹਾਂ ਨੂੰ ਪ੍ਰਭੂ ਤੇ ਮਾਨਵਤਾ ਨਾਲੋਂ ਤੋੜ ਲੈਂਦਾ ਹੈ ਅਤੇ ਆਪਣੇ ਆਪ ਨੂੰ ਵਿਛੁੰਨ ਤੇ ਇਕਲਾਪਾ ਕਰਕੇ ਨਿਰਜਿੰਦ ਕਰ ਬੈਠਦਾ ਹੈ, ਅਮੂਰਤ ਰੂਪ ਦੀ ਬੌਧਿਕਤਾ ਤਾਂ ਨਿਪਟ ਦਿਵਾਲੀਆਪਣ ਹੈ। ਫਿਰ ਦੁਹਰਾ ਦਈਏ, ਬੂਟੇ ਉੱਤੇ ਖਿੜਿਆ ਗੁਲਾਬ ਸਾਰੇ ਵਿਸ਼ਵ ਨੂੰ ਮਹਿਕ ਵੰਡ ਰਿਹਾ ਹੁੰਦਾ ਹੈ। ਗੁਲਾਬ ਦੇ ਵਿਪਰੀਤ ਮਨੁੱਖ ਕੋਲ ਤਾਂ ਹੱਥ ਪੈਰ ਹਨ, ਫਿਰ ਵੀ ਉਸ ਨੂੰ ਆਪਣੇ ਯੋਗ ਕੋਈ ਕੰਮ ਕਰਨ ਲਈ ਗੁਰੂ ਦੇ ਹਿਰਦੇ ਵਿੱਚ ਆਪਣੀਆਂ ਜੜ੍ਹਾਂ ਨੂੰ ਡੂੰਘਾ ਗੱਡਣਾ ਚਾਹੀਦਾ ਹੈ। ਜਿਹੜਾ ਆਪਣੀਆਂ ਜੜ੍ਹਾਂ ਨੂੰ ਪ੍ਰਭੂ ਤੇ ਮਾਨਵਤਾ ਨਾਲੋਂ ਤੋੜ ਲੈਂਦਾ ਹੈ ਅਤੇ ਆਪਣੇ ਆਪ ਨੂੰ ਵਿਛਨ ਤੇ ਇਕਲਾਪਾ ਕਰਕੇ ਨਿਰਜਿੰਦ ਕਰ ਬੈਠਦਾ ਹੈ, ਅਮੂਰਤ ਰੂਪ ਦੀ ਬੌਧਿਕਤਾ ਤਾਂ ਨਿਪਟ ਦਿਵਾਲੀਆਪਣ ਹੈ। ਵਿਸ਼ਵ ਦੇ ਨਾਗਰਿਕ ਬਣਨ ਲਈ ਆਪਣੇ ਵਿਅਕਤਿਤਵ ਨੂੰ ਸਾਧਣਾ ਨਿੱਜੀ ਯੋਗਤਾ ਤੇ ਪੂਰਨਤਾ ਲਈ ਜ਼ਰੂਰੀ ਹੈ। ਕਿਸੇ ਬੱਚੇ ਨੂੰ ਇਹ ਕਹਿਣਾ ਕਿ ਉਹ ਸਾੜ ਰਹੀ ਅੱਗ ਨੂੰ ਬੁਝਾ ਦੇਵੇ, ਮਨੁੱਖੀ ਸ਼ਕਤੀ ਨੂੰ ਜ਼ਾਇਆ ਕਰਨਾ ਹੈ। ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਅੱਗ ਬੁਝਾਉਣ ਵਾਲਾ ਕਰਮਚਾਰੀ ਉਦੋਂ ਘੂਕ ਸੁੱਤਾ ਰਹੇ ਜਦੋਂ ਕਿ ਸ਼ਹਿਰ ਬਲ ਰਿਹਾ ਹੋਵੇ। ਮਨੁੱਖੀ ਕਾਰਜਾਂ ਵਿੱਚ ਇੱਕ ਖੁਸ਼ੀ ਭਰਪੂਰ ਭਾਗ ਵੀ ਹੈ ਜਿਸ ਨੂੰ ਸੁਰੱਖਿਅਤ ਰੱਖਣਾ ਬੜਾ ਜ਼ਰੂਰੀ ਹੈ। ਇਸ ਸੁਖਦਾਇਕ ਭਾਗ ਨੂੰ ਸੁਰੱਖਿਅਤ ਰੱਖਣ ਦੀ ਪ੍ਰਕਿਰਿਆ ਨੂੰ ਗੁਰੂ ਸਾਹਿਬ ਸਹਿਜ ਯੋਗ ਦੀ ਸੰਗਿਆ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਬਾਰੇ ਕੋਈ ਵਿਸ਼ੇਸ਼ ਸਿਧਾਂਤ ਪੇਸ਼ ਨਹੀਂ ਕੀਤਾ। ਗੁਰੂ ਸਾਹਿਬ ਬਾਰੰਬਾਰ ਇਸ ਗੱਲ ਨੂੰ ਦ੍ਰਿੜਾਉਂਦੇ ਹਨ ਕਿ ਇਹ ਜੀਵਨ ਤਾਂ ਨਿਰੋਲ ਰਸਾਇਣਕ ਕਿਰਿਆ ਦੀ ਸਾੜ ਫੂਕੀ ਬਣ ਜਾਂਦਾ ਹੈ ਜੇਕਰ ਇਸ ਦੀਆਂ ਜੜ੍ਹਾਂ ਨੂੰ ਗੁਰੂ ਦੇ ਹਿਰਦੇ ਨਾਲ ਨਹੀਂ ਜੋੜਿਆ ਜਾਂਦਾ। ਹਾਂਜੀ, ਗੁਰੂ ਸਾਹਿਬ ਬਾਰੰਬਾਰ ਇਸ ਗੱਲ ਨੂੰ ਦ੍ਰਿੜਾਉਂਦੇ ਹਨ ਕਿ ਇਹ ਜੀਵਨ ਤਾਂ ਨਿਰੋਲ ਰਸਾਇਣਕ ਕਿਰਿਆ ਦੀ ਸਾੜ ਫੂਕੀ ਬਣ ਜਾਂਦਾ ਹੈ ਜੇਕਰ ਇਸ ਦੀਆਂ ਜੜ੍ਹਾਂ ਨੂੰ ਗੁਰੂ ਦੇ ਹਿਰਦੇ ਨਾਲ ਨਹੀਂ ਜੋੜਿਆ ਜਾਂਦਾ। ਇਸ ਅਦ੍ਰਿਸ਼ਟ ਨਾਲ ਬਹਿੰਦਿਆਂ, ਉੱਠਦਿਆਂ, ਚਲਦਿਆਂ, ਫਿਰਦਿਆਂ ਡੂੰਘੇ ਸਨੇਹ ਭਾਵ ਵਿੱਚ ਜੁੜੇ ਰਹਿਣਾ ਹੀ ਸਿਮਰਨ ਹੈ। ਸਿਮਰਨ ਤੋਂ ਬਿਨਾਂ ਸਭ ਮੌਤ ਹੈ। ਭਾਵੇਂ ਕਿਸੇ ਦੀ ਬੁੱਧੀ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਉਸ ਦੀ ਸਰੀਰਕ ਸੁੰਦਰਤਾ ਕਿੰਨੀ ਵੀ ਮਨਮੋਹਣੀ ਕਿਉਂ ਨਾ ਹੋਵੇ, ਭਾਵੇਂ ਉਹ ਕਿੰਨੀ ਵੀ ਉੱਚ ਜਾਤੀ ਦਾ ਕਿਉਂ ਨਾ ਹੋਵੇ, ਉਸ ਦੀ ਪਦਵੀ ਵੀ ਕਿੰਨੀ ਵੱਡੀ ਕਿਉਂ ਨਾ ਹੋਵੇ, ਉਹ ਬ੍ਰਹਮ ਤੇ ਬ੍ਰਹਮ ਗਿਆਨ ਬਾਰੇ ਕਿੰਨਾ ਵੀ ਪ੍ਰਭਾਵਸ਼ਾਲੀ ਸ਼ਾਸਤਰਾਰਥ ਕਿਉਂ ਨਾ ਕਰ ਸਕਦਾ ਹੋਵੇ, ਜੇ ਉਸਨੇ ਪ੍ਰਭੂ ਦੀ ਹੋਂਦ ਨੂੰ ਕੁਦਰਤ ਤੇ ਮਨੁੱਖਤਾ ਵਿੱਚ ਨਹੀਂ ਪਛਾਤਾ ਅਤੇ ਉਸ ਨਾਲ ਪ੍ਰੇਮ ਦਾ ਨਾਤਾ ਨਹੀਂ ਜੋੜਿਆ,
ਤਾਂ ਉਹ ਲੋਥ ਸਮਾਨ ਹੈ। ਜਿਹੜਾ ਹਿਰਦਾ ਪ੍ਰਭੂ ਦੇ ਪ੍ਰੇਮ ਵਿੱਚ ਨਹੀਂ ਧੜਕਦਾ ਉਹ ਮੁਰਦਾ ਹੀ ਹੁੰਦਾ ਹੈ। ਫਿਰ ਦੁਹਰਾ ਦਈਏ, ਇਸ ਅਦ੍ਰਿਸ਼ਟ ਨਾਲ ਬਹਿੰਦਿਆਂ, ਉੱਠਦਿਆਂ, ਚਲਦਿਆਂ, ਫਿਰਦਿਆਂ ਡੂੰਘੇ ਸਨੇਹ ਭਾਵ ਵਿੱਚ ਜੁੜੇ ਰਹਿਣਾ ਹੀ ਸਿਮਰਨ ਹੈ। ਸਿਮਰਨ ਤੋਂ ਬਿਨਾਂ ਸਭ ਮੌਤ ਹੈ। ਭਾਵੇਂ ਕਿਸੇ ਦੀ ਬੁੱਧੀ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਉਸ ਦੀ ਸਰੀਰਕ ਸੁੰਦਰਤਾ ਕਿੰਨੀ ਵੀ ਮਨਮੋਹਣੀ ਕਿਉਂ ਨਾ ਹੋਵੇ, ਭਾਵੇਂ ਉਹ ਕਿੰਨੀ ਵੀ ਉੱਚ ਜਾਤੀ ਦਾ ਕਿਉਂ ਨਾ ਹੋਵੇ, ਉਸ ਦੀ ਪਦਵੀ ਵੀ ਕਿੰਨੀ ਵੱਡੀ ਕਿਉਂ ਨਾ ਹੋਵੇ, ਉਹ ਬ੍ਰਹਮ ਅਤੇ ਬ੍ਰਹਮ ਗਿਆਨ ਬਾਰੇ ਕਿੰਨੀ ਵੀ ਪ੍ਰਭਾਵਸ਼ਾਲੀ ਸ਼ਾਸਤਰਾਰਥ ਕਿਉਂ ਨਾ ਕਰ ਸਕਦਾ ਹੋਵੇ, ਜੇ ਉਸਨੇ ਪ੍ਰਭੂ ਦੀ ਹੋਂਦ ਨੂੰ ਕੁਦਰਤ ਤੇ ਮਨੁੱਖਤਾ ਵਿੱਚ ਨਹੀਂ ਪਛਾਤਾ ਅਤੇ ਉਸ ਨਾਲ ਪ੍ਰੇਮ ਦਾ ਨਾਤਾ ਨਹੀਂ ਜੋੜਿਆ ਤਾਂ ਉਹ ਲੋਥ ਸਮਾਨ ਹੈ। ਜਿਹੜਾ ਹਿਰਦਾ ਪ੍ਰਭੂ ਦੇ ਪ੍ਰੇਮ ਵਿੱਚ ਨਹੀਂ ਧੜਕਦਾ ਉਹ ਮੁਰਦਾ ਹੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਕੇਵਲ ਇਹ ਇੱਕੋ ਨਿਸ਼ਚੇ ਪੂਰਵਕ ਕਥਨ ਹੀ ਸਿੱਖ ਮਾਤਰ ਅਤੇ ਪੁਰਾਤਨ ਵੇਦਾਂ ਤੇ ਉਪਨਿਸ਼ਦਾਂ ਦੇ ਮਤ ਦੇ ਅੰਤਰ ਨੂੰ ਸਪਸ਼ਟ ਕਰਨ ਲਈ ਕਾਫੀ ਹੈ। ਇਸ ਲਈ ਗੁਰੂ ਘਰ ਵਿੱਚ ਸੇਵਾ ਦਾ ਇਸ ਤਰ੍ਹਾਂ ਦਾ ਸੰਕਲਪ ਹੈ ਜਿਵੇਂ ਕਿ ਇੱਕ ਦ੍ਰਿਸ਼ਟੀਹੀਣ ਦੂਜੇ ਨੇਤਰਹੀਣ ਨੂੰ ਫੜ ਕੇ ਲੈ ਜਾ ਰਿਹਾ ਹੈ। ਜਿਹਾ ਕਿ ਇਹਨਾਂ ਨਿਰਜਿੰਦ ਸੰਸਥਾਵਾਂ ਦਾ ਮਤ ਹੈ ਦਾ ਪ੍ਰਸ਼ਨ ਹੀ ਨਹੀਂ ਉੱਠਦਾ। ਜਿਹੜੇ ਦੂਜੇ ਦੀ ਸਹਾਇਤਾ ਕਰ ਸਕਦੇ ਹਨ ਉਹਨਾਂ ਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਇਸ ਬਾਰੇ ਉਹਨਾਂ ਨੂੰ ਕਿਸੇ ਸਿੱਖਿਆ ਦੀ ਲੋੜ ਨਹੀਂ ਹੈ। ਉਹ ਅਜਿਹੀ ਸਹਾਇਤਾ ਕਰਨ ਲਈ ਸਦਾ ਤਤਪਰ ਰਹਿੰਦੇ ਹਨ, ਕਿਉਂ ਜੋ ਅਜਿਹਾ ਕਰਨ ਤੋਂ ਬਿਨਾਂ ਉਹ ਰਹਿ ਹੀ ਨਹੀਂ ਸਕਦੇ, ਕਿਉਂ ਜੋ ਉਹਨਾਂ ਵਿਚਲੀ ਪ੍ਰੇਮ ਅਗਨੀ ਆਪਣਾ ਰਾਹ ਉਸ ਦਰਿਆ ਦੀ ਨਿਆਈ ਬਣਾ ਲੈਂਦੀ ਹੈ ਜੋ ਆਪਣੇ ਆਪ ਹੀ ਬਜਰ ਚਟਾਨਾਂ ਵਿੱਚੋਂ ਬਾਹਰ ਆ ਜਾਂਦਾ ਹੈ। ਉਹ ਤਾਂ ਸੇਵਾ ਕਰਨ ਲਈ ਬਣੇ ਹਨ। ਉਹਨਾਂ ਦੇ ਹਿਰਦੇ ਅੰਦਰ ਤਾਂ ਉਹ ਪ੍ਰੇਮ ਸਵੈਪਨਾ ਉੱਠ ਰਹੀ ਹੁੰਦੀ ਹੈ ਜਿਸ ਨੂੰ ਅਸੀਂ ਆਪਣੇ ਬੱਚਿਆਂ, ਪਤਨੀ ਤੇ ਹੋਰ ਸਨਈਆਂ ਬਾਰੇ ਆਪਣੇ ਅੰਦਰ ਅਨੁਭਵ ਕਰ ਰਹੇ ਹੁੰਦੇ ਹਾਂ। ਇਹੋ ਹੀ ਪਰਉਪਕਾਰ ਦੀ ਭਾਵਨਾ ਹੈ ਜਿਸ ਨੂੰ ਸੱਚਾ ਪਰਉਪਕਾਰਵਾਦ ਕਿਹਾ ਜਾ ਸਕਦਾ ਹੈ। ਪਰਉਪਕਾਰ ਦਾ ਇਹ ਗੁਣ ਤਾਂ ਹਰ ਮਨੁੱਖ ਦੇ ਅੰਦਰ ਮੌਜੂਦ ਹੈ। ਕੇਵਲ ਇਸ ਨੂੰ ਮਿੱਠੜੇ, ਵਿਵੇਕਸ਼ੀਲ, ਸਹਿਜ ਸੁਭਾਵਕ ਰੂਪ ਦੇ ਆਪ ਮੁਹਾਰੇ ਕਾਰਜਾਂ ਤੇ ਪ੍ਰਗੀਤਕ ਕਿਰਿਆਵਾਂ ਦੇ ਅਭਿਆਸ ਦੁਆਰਾ ਹੋਰ ਪਰਪੱਕ ਤੇ ਨਿਪੁੰਨ ਕਰਨ ਦੀ ਲੋੜ ਹੈ। ਪ੍ਰਭੂ ਪ੍ਰੀਤਮ ਦਾ ਨਾਮ ਸਿਮਰਨ ਹੀ ਸੱਚਾ ਪਰਉਪਕਾਰਵਾਦ ਹੈ ਅਤੇ ਇਹੋ ਹੀ ਮਨੁੱਖ ਦੀ ਵਾਸਤਵਿਕ ਯੋਗਤਾ ਹੈ। ਹਾਂਜੀ, ਪ੍ਰਭੂ ਪ੍ਰੀਤਮ ਦਾ ਨਾਮ ਸਿਮਰਨ ਹੀ ਸੱਚਾ ਪਰਉਪਕਾਰਵਾਦ ਹੈ ਅਤੇ ਇਹੋ ਹੀ ਮਨੁੱਖ ਦੀ ਵਾਸਤਵਿਕ ਯੋਗਤਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।